ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ, ਜਿੱਥੇ ਨਿਰੰਕਾਰ ਨੇ ਸਤਿਯੁਗ ਦੇ ਵਿੱਚ ਆਪ ਇਸ ਅਸਥਾਨ ਤੇ 40 ਕੋਸ ਦੀ ਗਿਰਦ ਵਿੱਚ ਇੱਕ ਇੱਕ ਸ਼ਬਦ ਦਾ ਆਪ ਸਵਾ ਕਲਪ ਜਾਪ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੂਸਰੇ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹੈਗੇ ਹਾਂ ਤਖਤ ਸੱਚਖੰਡ ਸਾਹਿਬ ਸ੍ਰੀ ਹਜ਼ੂਰ ਸਾਹਿਬ ਤੋਂ। ਅੱਜ ਦੇ ਐਪੀਸੋਡ ਵਿੱਚ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਸਥਿਤ ਹੋਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਉਣ ਤੋਂ, ਤੇ ਨਾਲ ਹੀ ਅਸੀਂ ਆਪ ਜੀ ਨੂੰ ਸੱਚੇ ਪਾਤਸ਼ਾਹ ਕਲਗੀਆਂਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਤ੍ਰਿਤ ਇਤਿਹਾਸ ਸਰਵਣ ਕਰਾਵਾਂਗੇ ਇੱਥੇ ਦੇ ਰਹਿਰਾਸੀਏ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਤੋਂ। ਤੇ ਆਓ ਤੁਸੀਂ ਵੀ ਸਾਡੇ ਨਾਲ ਚਲੋ ਤੇ ਇੱਥੇ ਦਾ ਵਿਸਤ੍ਰਿਤ ਇਤਿਹਾਸ ਸਰਵਣ ਕਰੋ। जे को मन जाने मन कोई ऐसा नाम निरंजन हुई, जे को मन जाने मन कोई। ਸਾਡੇ ਨਾਲ ਇਸ ਵਕਤ ਨੇ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਰਹਿਰਾਸੀਏ, ਜਿਹੜੇ ਕਿ ਤਖਤ ਸੱਚਖੰਡ ਹਜ਼ੂਰ ਸਾਹਿਬ ਜੀ ਅਬਚਲ ਨਗਰ ਦੇ ਵਿੱਚ ਰਹਿਰਾਸ ਸਾਹਿਬ ਦਾ ਰੋਜ਼ ਸ਼ਾਮੀ ਪਾਠ ਕਰਦੇ ਨੇ। ਆਓ ਆਪ ਜੀ ਨੂੰ ਇਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਸੰਬੰਧਿਤ ਇਤਿਹਾਸ ਸਰਵਣ ਕਰਾਉਂਦੇ ਹਾਂ। ਸਭ ਤੋਂ ਪਹਿਲੇ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਆਪ ਇੱਥੇ ਦਾ ਜਿਹੜਾ ਇਤਿਹਾਸ ਹੈਗਾ ਉਹ ਸਾਰੀ ਸੰਗਤਾਂ ਨੂੰ ਸਰਵਣ ਕਰਾਓ। ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ, ਇਹ ਉਹ ਮੁਕੱਦਸ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੱਚਖੰਡ ਗਮਨ ਜੋਤੀ ਜੋਤ ਸਮਾਇਆ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ, ਦਸਾਂ ਗੁਰੂਆਂ ਸਾਹਿਬ ਜੀ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ, ਜਿੱਥੇ ਨਿਰੰਕਾਰ ਨੇ ਸਤਿਯੁਗ ਦੇ ਵਿੱਚ ਆਪ ਇਸ ਅਸਥਾਨ ਤੇ 40 ਕੋਸ ਦੀ ਗਿਰਦ ਵਿੱਚ ਇੱਕ ਇੱਕ ਸ਼ਬਦ ਦਾ ਆਪ ਸਵਾ ਕਲਪ ਜਾਪ ਕੀਤਾ। ਉਹ 4 ਸ਼ਬਦ ਹਨ, ਵਾਵਾ ਵਾਸਦੇਵ, ਹਾਹਾ ਹਰੀ, ਗੱਗਾ ਗੋਬਿੰਦ ਤੇ ਰਰਾ ਰਾਮ। ਇਹਨਾਂ 4 ਸ਼ਬਦਾਂ ਵਿੱਚੋਂ ਪਹਿਲਾ ਅੱਖਰ ਲੈ ਕੇ ਕਲਯੁਗ ਦੇ ਵਿੱਚ ਇੱਕ ਮੰਤਰ ਬਣਾਇਆ ਵਾਹਿਗੁਰੂ, ਤਾਂ ਜੋ ਕਲਯੁਗ ਦੇ ਵਿੱਚ ਜਿਹੜਾ ਕੋਈ ਸੰਸਾਰਿਕ ਜੀਵ ਇੱਕ ਵਾਰੀ ਵਾਹਿਗੁਰੂ ਜਪੇਗਾ, ਚਾਰੇ ਯੁਗਾਂ ਦੇ ਨਾਮ ਦੀ ਪ੍ਰਾਪਤੀ ਇੱਕੋ ਸ਼ਬਦ ਦੇ ਵਿੱਚ ਹੋਵੇਗੀ। ਜਿਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਪੰਜਾਬ ਦੇ ਸਾਰੇ ਕੌਤਕ ਕਰਕੇ ਦੱਖਣ ਦੀ ਇਹ ਪਾਵਨ ਪਵਿੱਤਰ ਮੁਕੱਦਸ ਅਸਥਾਨ ਵੱਲ ਰੁਖ ਕੀਤਾ, ਮਹਾਰਾਜ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਇਸ ਧਰਤੀ ਨੂੰ ਕਿਰਤਾਰਤ ਕੀਤਾ। ਗੁਰੂ ਸਾਹਿਬ ਇਸ ਅਸਥਾਨ ਤੇ 9 ਮਹੀਨੇ 28 ਦਿਨ ਦਾ ਸਮਾਂ ਇੱਥੇ ਬਤੀਤ ਕੀਤਾ, ਜਿਸ ਵਿੱਚ ਮਹਾਰਾਜ ਨੇ ਇੱਥੇ ਕਈ ਕੌਤਕ ਕੀਤੇ, ਜਿਨ੍ਹਾਂ ਵਿੱਚੋਂ ਇੱਥੇ ਲੋਕਲ ਗੁਰਦੁਆਰੇ ਸਾਹਿਬ ਵਿੱਚੋਂ ਇਤਿਹਾਸਿਕ ਅਸਥਾਨ ਸ਼ਿਕਾਰ ਘਾਟ ਸਾਹਿਬ, ਹੀਰਾ ਘਾਟ ਸਾਹਿਬ, ਬਸਮਤ ਨਗਰ ਦਮਦਮਾ ਸਾਹਿਬ, ਮਾਲਟੇਕੜੀ ਸਾਹਿਬ ਅਤੇ ਸੰਗਤ ਸਾਹਿਬ ਹਨ। ਸੋ ਸਾਧ ਸੰਗਤ ਜੀ, ਜਿਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਅਸਥਾਨ ਤੇ ਅਖੀਰਲੇ ਸਮੇਂ ਜਦੋਂ ਗੁਰੂ ਸਾਹਿਬ ਨੇ ਕਾਰਨ ਕਰਨਾ ਸੀ, ਉਸ ਸਮੇਂ ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਦੇ ਪ੍ਰਤੀ ਫਰਮਾਇਆ ਕਿ ਇਹ ਤੀਰ ਜਿੱਥੇ ਜਾ ਕੇ ਲੱਗੇਗਾ ਇਸੇ ਤੀਰ ਦੇ ਨਾਲ ਸਾਡੇ ਸਤਿਯੁਗ ਦਾ ਤਪ ਅਸਥਾਨ ਪ੍ਰਗਟ ਹੋਏਗਾ। ਗੋਦਾਵਰੀ ਦੇ ਕੰਢੇ ਨਗੀਨੇ ਘਾਟ ਅਸਥਾਨ ਤੋਂ ਗੁਰੂ ਸਾਹਿਬ ਨੇ ਜਿਸ ਵੇਲੇ ਚੀਲੇ ਉੱਤੇ ਤੀਰ ਚਾੜਿਆ, ਇਸੇ ਅਸਥਾਨ ਤੇ ਆ ਕੇ ਉਹ ਤੀਰ ਪ੍ਰਗਟ ਹੋਇਆ। ਫਿਰ ਗੁਰੂ ਸਾਹਿਬ ਆਪ ਇਸ ਅਸਥਾਨ ਤੇ, ਜਿਸ ਦੇ ਬਾਬਤ ਗੁਰੂ ਸਾਹਿਬ ਨੇ ਫਰਮਾਇਆ, ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਗੁਰੂ ਸਾਹਿਬ ਨੇ ਕੱਤਕ ਦੇ ਦੂਜ ਵਾਲੇ ਦਿਨ ਇਸੇ ਅਸਥਾਨ ਤੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਜੋ ਮਰਿਆਦਾ ਰੀਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਚਲੀ ਆ ਰਹੀ ਹੈ, ਉਸੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ 5 ਪੈਸੇ ਨਾਰੀਅਲ ਰੱਖ ਕੇ, ਚੰਦਨ ਦਾ ਤਿਲਕ ਲਗਾ ਕੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਅਤੇ ਪਰਿਕਰਮਾ ਕੀਤਾ। ਉਸ ਸਮੇਂ ਹੁਕਮਨਾਮਾ ਆਇਆ, ਛੰਤ ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ।
ਸੋ ਇਸ ਅਸਥਾਨ ਦਾ ਨਾਂ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਹੈ। ਤਖਤ ਇੱਥੋਂ ਗੁਰੂ ਸਾਹਿਬ ਜੀ ਨੇ ਸਮੁੱਚੇ ਸੰਸਾਰ ਦੇ ਪ੍ਰਤੀ ਇੱਕ ਹੁਕਮਨਾਮਾ ਬਖਸ਼ੀਸ਼ ਕੀਤਾ। श्री मुखवाक पातशाही 10वीं आज्ञा भई अकाल की तभी चलायो पंथ सब सिखण को हुक्म है गुरु मानियो ग्रंथ गुरु ग्रंथ जी मानिए प्रगट गुरां की दे जो प्रभ को मिल बोच है खोज शब्द मेले। सच तखत फिर सचखंड इथों गुरु साहिब जी ने सचखंड गमन किया। ज्योति जो समाया ਤਾਂ ਇਹ ਸੱਚਖੰਡ ਅਸਥਾਨ ਹੈ। ਅਬਚਲ ਨਗਰ ਸਾਹਿਬ ਇਸ ਨਗਰੀ ਦਾ ਨਾਂ ਗੁਰੂ ਸਾਹਿਬ ਜੀ ਨੇ ਉਸ ਹੁਕਮਨਾਮੇ ਦੇ ਵਿੱਚੋਂ ਦਿੱਤਾ, ਜਿਹੜਾ ਹੁਕਮਨਾਮਾ ਜਦੋਂ ਇੱਥੇ ਗੁਰਤਾ ਗੱਦੀ ਦਿੱਤੀ ਗਈ ਸੀ, ਉਹ ਹੁਕਮਨਾਮਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ। ਸੰਸਾਰ ਵਿੱਚ ਜੋ ਕੋਈ ਸੁਖ ਨਾ ਦੀ ਪ੍ਰਾਪਤੀ ਚਾਹੁੰਦਾ ਹੈ ਉਸ ਨੂੰ ਇੱਥੇ ਇਸ ਅਸਥਾਨ ਤੇ ਆ ਕੇ ਜਦੋਂ ਅਖੀਰਲੇ ਸਮੇਂ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਜਿਹੜਾ ਹੁਕਮਨਾਮਾ ਬਖਸ਼ੀਸ਼ ਕੀਤਾ, ਉਸ ਹੁਕਮਨਾਮੇ ਦੇ ਵਿੱਚ ਹੀ ਸਾਨੂੰ ਦ੍ਰਿਸ਼ਟਾਂਤ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਾਬਤ ਸਾਹਿਬ ਨਾਨਕ ਰਹਿਣ ਰਜਾ। ਹੁਣੇ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਨੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ। ਗੁਰਦੁਆਰਾ ਸਾਹਿਬ ਦਾ ਵਿਸਤਾਰ ਵਿੱਚ ਇਤਿਹਾਸ ਜਾਣਨ ਤੋਂ ਉਪਰੰਤ ਹੁਣ ਅਸੀਂ ਆਪ ਜੀ ਨੂੰ ਲੈ ਕੇ ਚੱਲੇ ਹੈਗੇ ਹਾਂ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ, ਜਿੱਥੇ ਹੋਰ ਬਹੁਤ ਸਾਰੇ ਇਤਿਹਾਸਿਕ ਸਥਲ ਨੇ ਜਿਹਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਤੇ ਉੱਥੇ ਦਾ ਇਤਿਹਾਸ ਵੀ ਦੱਸਾਂਗੇ। ਜੋਗੀ ਅੰਦਰ ਜੋਗੀਆ। ਗੁਰਦੁਆਰਾ ਸਾਹਿਬ ਦੇ ਵਿਸ਼ਾਲ ਪਰਿਸਰ ਵਿੱਚ ਸਾਹਮਣੇ ਜਿਹੜਾ ਖੂਹ ਜਿਹਦੇ ਆਪ ਦਰਸ਼ਨ ਕਰ ਰਹੇ ਹੋ, ਜਿਹਨੂੰ ਉੱਤੋਂ ਕਵਰ ਕਰਕੇ ਰੱਖਿਆ ਗਿਆ ਹੈ, ਇਸ ਨੂੰ ਬਾਵਲੀ ਸਾਹਿਬ ਦੇ ਨਾਂ ਤੇ ਜਾਣਿਆ ਜਾਂਦਾ ਹੈ। ਆਖਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਵਕਤ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਤੇ ਉਸੇ ਵਕਤ ਇਸ ਬਾਵਲੀ ਸਾਹਿਬ ਦਾ ਨਿਰਮਾਣ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਚੰਦਾ ਸਿੰਘ ਜੀ ਨੂੰ ਗੁਰਦੁਆਰਾ ਬਣਾਉਣ ਵਾਸਤੇ ਇੱਥੇ ਨਿਯੁਕਤ ਕੀਤਾ ਸੀਗਾ ਤੇ ਉਹਨਾਂ ਨੇ ਮੀਟ ਜਥੇਦਾਰ ਬਾਬਾ ਗਊ ਸਿੰਘ ਜੀ ਤੋਂ ਇਸ ਸਥਾਨ ਦੀ ਕਾਰ ਸੇਵਾ ਕਰਵਾਈ ਤੇ ਇਸ ਪਵਿੱਤਰ ਖੂਹ ਸਾਹਿਬ ਦਾ ਨਿਰਮਾਣ ਹੋਇਆ, ਜਿਹਨੂੰ ਬਾਅਦ ਵਿੱਚ ਬਾਵਲੀ ਸਾਹਿਬ ਦਾ ਨਾਂ ਦਿੱਤਾ ਗਿਆ। ਪਰੰਪਰਾ ਦੇ ਮੁਤਾਬਿਕ ਹਰ ਰੋਜ਼ ਇੱਕ ਗਾਗਰ ਗੋਦਾਵਰੀ ਨਦੀ ਤੋਂ ਤੇ ਦੂਸਰੀ ਗਾਗਰ ਇਸ ਬਾਵਲੀ ਸਾਹਿਬ ਤੋਂ ਭਰ ਕੇ ਅੰਦਰ ਸਿੰਘਾਸਨ ਸਥਾਨ ਜਿਹੜਾ ਕਿ ਸੱਚਖੰਡ ਹਜ਼ੂਰ ਸਾਹਿਬ ਵਿੱਚ ਸਥਿਤ ਹੈ ਉਹਦੇ ਇਸ਼ਨਾਨ ਕਰਾਏ ਜਾਂਦੇ ਨੇ। ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪਰਿਸਰ ਵਿੱਚ ਜਿਸ ਸਥਾਨ ਜਿਹਦੇ ਆਪ ਹੁਣ ਦਰਸ਼ਨ ਕਰ ਰਹੇ ਹੈਗੇ ਹੋ, ਇਹਦਾ ਨਾਂ ਹੈ ਸਥਾਨ ਬੁੰਗਾ ਮਾਈ ਭਾਗੋ ਜੀ। ਇਸ ਸਥਾਨ ਨੂੰ ਮਾਈ ਭਾਗੋ ਜੀ ਦਾ ਨਿਵਾਸ ਸਥਾਨ ਵੀ ਆਖਦੇ ਨੇ। ਮਾਈ ਭਾਗੋ ਜੀ ਜਾਂ ਮਾਤਾ ਭਾਗ ਕੌਰ ਜੀ ਇੱਕ ਬਹੁਤ ਹੀ ਮਹਾਨ ਸਿੱਖ ਮਹਿਲਾ ਸੀਗੇ, ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਕੇਸਗੀ ਸਜਾਈ ਹੋਈ ਸੀ। ਖਾਲਸਾ ਯੂਨੀਫਾਰਮ ਦੇ ਵਿੱਚ ਕਿਰਪਾਨ ਧਾਰਨ ਕਰ ਹਮੇਸ਼ਾ ਉਹ ਯੁੱਧ ਦੇ ਮੈਦਾਨ ਵਿੱਚ ਲੜਨ ਵਾਸਤੇ ਤਤਪਰ ਰਹਿੰਦੇ ਸੀਗੇ, ਜਿਹਨੂੰ ਕਿ 40 ਮੁਕਤਿਆਂ ਦਾ ਯੁੱਧ ਆਖਿਆ ਜਾਂਦਾ ਹੈ। ਉਸ ਯੁੱਧ ਦੇ ਵਿੱਚ ਉਹਨਾਂ ਨੇ ਭਾਗ ਲਿੱਤਾ ਤੇ ਉਸ ਯੁੱਧ ਦੇ ਵਿੱਚ ਮਾਈ ਭਾਗੋ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ एकमात्र जीवित बचे ਸੀਗੇ। गुरु गोबिंद सिंह जी महाराज ਦੀ ਮਾਈ ਭਾਗੋ ਜੀ ਨੇ ਬਹੁਤ ਦੇਖਭਾਲ ਕੀਤੀ। ਉਹ ਹਮੇਸ਼ਾ ਪੁਰਸ਼ ਪੋਸ਼ਾਕ ਵਿੱਚ ਉਹਨਾਂ ਦੇ ਅੰਗਰਖਸ਼ਕ ਦੇ ਰੂਪ ਵਿੱਚ ਉਹਨਾਂ ਦੇ ਨਾਲ ਰਹਿੰਦੇ ਸੀਗੇ। ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਉਹ ਮਾਈ ਭਾਗੋ ਜੀ ਦੀ ਰਾਈਫਲ ਦੇ ਸਾਹਮਣੇ ਜਿਹੜੀ ਰਾਈਫਲਾਂ ਦੇ ਆਪ ਦਰਸ਼ਨ ਕਰ ਰਹੇ ਹੈਗੇ ਹੋ, ਇਹ ਪੁਰਾਤਨ ਰਾਈਫਲਾਂ ਵਿੱਚੋਂ ਜਿਹੜੀ ਸਭ ਤੋਂ ਵੱਡੀ ਰਾਈਫਲ ਹੈ ਉਹ ਹੈਗੀ ਤਕਰੀਬਨ 12.5 ਫੁੱਟ ਦੀ ਤੇ ਉਹਦਾ ਵਜ਼ਨ ਹੈ 50 ਕਿਲੋ। ਇਹ ਰਾਈਫਲ ਮਾਈ ਭਾਗੋ ਜੀ ਚਲਾਉਂਦੇ ਸੀਗੇ। ਇਸ ਰਾਈਫਲ ਨੂੰ ਮਾਤਾ ਜੀ ਆਪਣੇ ਕੰਧੇ ਤੇ ਰੱਖ ਕੇ ਯੁੱਧ ਦੇ ਮੈਦਾਨ ਵਿੱਚ ਘੋੜਾ ਚਲਾਉਂਦੇ ਵਕਤ ਇੱਕ ਹੱਥ ਨਾਲ ਇਹਦਾ ਇਸਤੇਮਾਲ ਕਰਦੇ ਸੀ। ਬਾਕੀ ਛੋਟੀ ਰਾਈਫਲਾਂ ਇੱਥੇ ਜਿਹੜੀਆਂ ਸੁਸ਼ੋਭਿਤ ਨੇ ਉਹ 40 ਮੁਕਤਿਆਂ ਦੀਆਂ ਹੈਗੀਆਂ। ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਇੱਕ 3 ਮੰਜ਼ਿਲਾ ਇਮਾਰਤ ਦਾ, ਜਿਹਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗ੍ਰਹਾਲय ਯਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। 144 ਵਰਗ ਮੀਟਰ ਦੇ ਵਿੱਚ ਬਣਿਆ ਹੋਇਆ ਸਥਾਨ, ਜਿਹਦੇ ਅੰਦਰ 13 ਪ੍ਰਦਰਸ਼ਨ ਗੈਲਰੀਆਂ ਨੇ ਤੇ ਇੱਕ ਮਲਟੀਪਰਪਜ਼ ਹਾਲ ਹੈ ਜਿਹਦੇ ਅੰਦਰ ਆਡੀਓ ਵਿਜ਼ੂਅਲ ਪ੍ਰੋਗਰਾਮ ਦਿਖਾਏ ਜਾਂਦੇ ਨੇ। ਇੱਕ ਲਾਇਬ੍ਰੇਰੀ ਹੈ ਤੇ ਆਫਿਸ ਵੀ ਇੱਥੇ ਬਣਿਆ ਹੋਇਆ ਹੈ। ਇਸ ਮਿਊਜ਼ੀਅਮ ਜਾਂ ਸੰਗ੍ਰਹਾਲय ਦੇ ਵਿੱਚ ਸਿੱਖ ਧਰਮ ਦੇ 10 ਗੁਰੂਆਂ ਦੀਆਂ ਇਤਿਹਾਸ ਦੇ ਉੱਤੇ ਪ੍ਰਕਾਸ਼ ਪਾਇਆ ਗਿਆ ਹੈ। ਇਹ ਸਥਾਨ ਸਿੱਖ ਇਤਿਹਾਸ ਦਾ ਵਰਣਨ ਕਰਦਾ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਮੁੱਖ ਰੂਪ ਤੋਂ ਇੱਥੇ ਦਰਸ਼ਿਤ ਕੀਤਾ ਗਿਆ ਹੈ।
ਇਹ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300ਵੀਂ ਵਰਸ਼ਗਾਰ ਦੇ ਉਪਲਕਸ਼ ਵਿੱਚ ਬਣਾਇਆ ਗਿਆ ਹੈ, ਜਿਹਦੇ ਉੱਤੇ ਤਕਰੀਬਨ 20 ਕਰੋੜ ਰੁਪਏ ਖਰਚ ਹੋਏ ਸੀ। ਸਾਹਮਣੇ ਜਿਸ ਵਿਸ਼ਾਲ ਬਿਲਡਿੰਗ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ, ਇਹਨੂੰ ਇੱਥੇ ਦਾ ਲੰਗਰ ਹਾਲ ਆਖਿਆ ਜਾਂਦਾ ਹੈਗਾ। ਇੱਕ ਬਹੁਤ ਹੀ ਵੱਡੀ ਬਿਲਡਿੰਗ ਜਿਹਦੇ ਅੰਦਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤ ਇੱਕ ਵਾਰ 'ਚ ਬਹਿ ਕੇ ਲੰਗਰ ਕਰ ਸਕਦੀ ਹੈ। ਨਾਲ ਹੀ ਇੱਕ ਬਹੁਤ ਹੀ ਵੱਡੀ ਕਿਚਨ ਇੱਥੇ ਬਣਾਈ ਹੋਈ ਹੈਗੀ। ਹਜ਼ਾਰਾਂ ਦੀ ਸੰਖਿਆ ਦੇ ਅੰਦਰ ਦੇਸ਼ ਵਿਦੇਸ਼ ਤੋਂ ਆਈ ਹੋਈ ਸੰਗਤਾਂ ਰੋਜ਼ ਇੱਥੇ ਆ ਕੇ ਲੰਗਰ ਛਕਦੀਆਂ ਨੇ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਲੰਗਰ ਦੀ ਸੇਵਾ ਇਸ ਸਥਾਨ ਦੇ ਉੱਤੇ 24 ਘੰਟੇ ਦਿਨ ਰਾਤ ਚੱਲਦੀ ਰਹਿੰਦੀ ਹੈਗੀ, ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਭੇਦਭਾਵ ਕਿਸੇ ਨਾਲ ਨਹੀਂ ਕੀਤਾ ਜਾਂਦਾ ਤੇ ਹਰ ਸਥਾਨ ਤੋਂ ਆਏ ਹੋਏ, ਹਰ ਧਰਮ ਤੋਂ ਆਏ ਹੋਏ ਲੋਕ ਇਸ ਜਗ੍ਹਾ ਆਮੰਤਰਿਤ ਨੇ ਤੇ ਇੱਥੇ ਆ ਕੇ ਲੰਗਰ ਪ੍ਰਸ਼ਾਦ ਗ੍ਰਹਿਣ ਕਰ ਸਕਦੇ ਨੇ ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ। ਹੁਣ ਅਸੀਂ ਚਾਲੇ ਪਾ ਰਹੇ ਹੈਗੇ ਹਾਂ ਬਾਬਾ ਕੁਲਵੰਤ ਸਿੰਘ ਜੀ ਦੇ ਗ੍ਰਹਿ ਜਾਣ ਵਾਸਤੇ, ਜਿਹੜਾ ਕਿ ਐਸੀ ਪਰਿਸਰ ਵਿੱਚ ਸਥਿਤ ਹੈ। ਅੱਜ ਸਾਨੂੰ ਉਹਨਾਂ ਨੇ ਸਵੇਰ ਦਾ ਲੰਗਰ ਕਰਨ ਵਾਸਤੇ ਉੱਥੇ ਇਨਵਾਈਟ ਕੀਤਾ ਹੈ। ਆਓ ਤੁਸੀਂ ਵੀ ਸਾਡੇ ਨਾਲ ਚਲੋ। ਬਾਬਾ ਕੁਲਵੰਤ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਤੇ ਹੁਣ